ਦੋਸਤੋ, ਸਾਹਿਤਕਾਰ ਹਰ ਕੌਮ ਦਾ ਬੜਮੁੱਲਾ ਸਰਮਾਇਆ ਹੁੰਦੇ ਹਨ। ਸਾਹਿਤਕਾਰ ਪੱਥਰ ਦੇ ਬੁੱਤਾਂ ਵਿੱਚ ਜਾਨ ਪਾਉਣ ਦਾ ਮਾਤਾ ਰੱਖਦੇ ਹਨ। ਉਹਨਾਂ ਦੇ ਸ਼ਬਦ ਮੁਰਦਿਆਂ ਨੂੰ ਜਿਉਂਦਾ ਕਰ ਸਕਦੇ ਹਨ, ਡਰਪੋਕ ਨੂੰ ਨਿਡਰ ਯੋਧਾ ਅਤੇ ਨਿਡਰ ਯੋਧੇ ਦੇ ਪਹਾੜ ਜਿਹੇ ਹੌਸਲੇ ਨੂੰ ਨੇਸ਼ਤਾ ਨਾਬੂਦ ਕਰ ਸਕਦੇ ਹਨ। ਉਹ ਬਿਨਾਂ ਖੰਭਾਂ ਤੋਂ ਪੂਰਾ ਅੰਬਰ ਕੱਜ ਲੈਂਦੇ ਹਨ ਅਤੇ ਬਿਨਾਂ ਸੂਈ ਧਾਗੇ ਦੇ ਪੂਰੀ ਕਾਇਨਾਤ ਨੂੰ ਇੱਕ ਮਾਲਾ 'ਚ ਪਰੋ ਦਿੰਦੇ ਹਨ। ਸਾਹਿਤਕਾਰ ਬਹੁਤ ਦੂਰ ਅੰਦੇਸ਼ੀ ਹੁੰਦੇ ਹਨ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਮਹਾਨ ਦਾਰਸ਼ਨਿਕਾਂ ਦੇ ਵਿਚਾਰ ਤੁਹਾਡੇ ਸਾਹਮਣੇ ਰੱਖਾਂਗਾ, ਜੋ ਕਿਸੇ ਕੌਮ ਦੀ ਸ਼ਖਸੀਅਤ ਦਾ ਸ਼ੀਸ਼ਾ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਸਾਹਿਤਕਾਰਾਂ ਦੀ ਕਿਸੇ ਕੌਮ ਵਿੱਚ ਜ਼ਰੂਰਤ ਨੂੰ ਦਰਸਾਉਂਦੇ ਹਨ। ਪਹਿਲਾ ਵਿਚਾਰ ਯੂਨਾਨ ਦੇ ਮਹਾਨ ਯੋਧੇ ਅਤੇ ਇਤਿਹਾਸਕਾਰ ਥਿਊਸੀਡਿਡਸ ਦਾ ਹੈ। ਉਹ ਕਹਿੰਦੇ ਹਨ, ਜਿਹੜਾ ਸਮਾਜ ਆਪਣੇ ਬੁੱਧੀਜੀਵੀਆਂ ਨੂੰ ਯੋਧਿਆਂ ਵਰਗਾ ਮਾਣ ਸਨਮਾਨ ਨਹੀਂ ਦਿੰਦਾ, ਅਜਿਹੇ ਸਮਾਜ ਦੇ ਹਿੱਤਾਂ ਲਈ ਸੋਚਣ ਦਾ ਕੰਮ ਡਰਪੋਕ ਦੇ ਹੱਥਾਂ ਵਿੱਚ ਚਲਿਆ ਜਾਂਦਾ ਹੈ ਅਤੇ ਉਹਨਾਂ ਦੇ ਹੱਕਾਂ ਲਈ ਲੜੀ ਜਾਣ ਵਾਲੀ ਲੜਾਈ ਮੂਰਖਾਂ ਰਾਹੀਂ ਲੜੀ ਜਾਂਦੀ ਹੈ। ਦੂਸਰਾ ਵਿਚਾਰ ਮਹਾਨ ਇਨਕਲਾਬੀ ਅਤੇ ਦਾਰਸ਼ਨਿਕ ਵਲਾਦੀਮੀਰ ਲੈਨਿਨ ਦਾ ਹੈ। ਉਹ ਕਹਿੰਦੇ ਹਨ, ਤੁਸੀਂ ਮੈਨੂੰ ਦੱਸੋ, ਤੁਹਾਡੇ ਦੇਸ਼ ਦੀ ਜਵਾਨੀ ਦੇ ਮੂੰਹ ਉੱਤੇ ਕਿਹੋ ਜਿਹੇ ਗੀਤ ਹਨ, ਮੈਂ ਤੁਹਾਨੂੰ ਤੁਹਾਡੇ ਦੇਸ਼ ਦਾ ਭਵਿੱਖ ਦੱਸ ਦੇਵਾਂਗਾ। ਤੀਜਾ ਵਿਚਾਰ ਮੇਰਾ ਦਾਗਿਸਤਾਨ ਦੇ ਰਚੇਤਾ ਰਸੂਲ ਹਮਜ਼ਾ ਤੋਬ ਦਾ ਹੈ। ਉਹ ਕਹਿੰਦੇ ਹਨ, ਤੁਸੀਂ ਮੈਨੂੰ ਕਿਸੇ ਇਲਾਕੇ ਦੇ ਪ੍ਰਸਿੱਧ ਗੀਤਾਂ ਦੀ ਸੂਚੀ ਦਿਓ, ਮੈਂ ਤੁਹਾਨੂੰ ਗੀਤ ਸੁਣ ਕੇ ਦੱਸ ਦੇਵਾਂਗਾ ਕਿ ਉੱਥੋਂ ਦੇ ਲੋਕਾਂ ਦਾ ਸੁਭਾਅ ਕਿਵੇਂ ਦਾ ਹੈ। ਦੋਸਤੋ, ਸਾਹਿਤਕਾਰਾਂ ਦਾ ਮੁੱਖ ਕੰਮ ਹੈ ਆਪਣੀ ਕਲਾ ਦੇ ਜ਼ਰੀਏ ਆਵਾਮ ਨੂੰ ਉਹਨਾਂ ਦੇ ਗੌਰਵਮਈ ਇਤਿਹਾਸ ਬਾਰੇ ਦੱਸ ਕੇ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ। ਆਓ ਸ਼ੁਰੂ ਕਰਦੇ ਹਾਂ ਬੱਬੂ ਮਾਨ ਦੀ ਕਲਮ 'ਚੋਂ ਨਿਕਲੇ ਕੁਝ ਮਹਾਨ ਤੱਥਾਂ ਬਾਰੇ ਚਰਚਾ। ਇਸ ਗਾਣੇ ਦਾ ਸਿਰਲੇਖ ਹੈ, ਤੂੰ ਵਾਰਿਸ ਨਲੂਏ ਦਾ ਸ਼ੇਰ ਦੀਆਂ ਫੜ ਕੇ ਪਾੜਦੇ ਜਾਬਾਂ। ਸੋ ਦੋਸਤੋ, ਸਰਦਾਰ ਹਰੀ ਸਿੰਘ ਨਲੂਆ ਜੀ ਦੀ ਪੂਰੀ ਹੀ ਜ਼ਿੰਦਗੀ ਵੀਰਤਾ, ਬਹਾਦਰੀ ਅਤੇ ਕੁਰਬਾਨੀ ਨਾਲ ਭਰੀ ਪਈ ਹੈ। ਇਸ ਵੀਡੀਓ ਵਿੱਚ ਥੋੜੇ ਵਕਫੇ ਦੇ ਬਾਅਦ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਅੰਸ਼ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਪਹਿਲਾਂ ਇਹਨਾਂ ਦਾ ਨਾਮ ਸਰਦਾਰ ਹਰੀ ਸਿੰਘ ਸੀ। ਇੱਕ ਦਿਨ ਜਦੋਂ ਜੰਗਲ ਵਿੱਚ ਆਪ ਸ਼ਿਕਾਰ ਖੇਡ ਰਹੇ ਸਨ ਤਾਂ ਅਚਾਨਕ ਇੱਕ ਸ਼ੇਰ ਨੇ ਇਹਨਾਂ ਦੀ ਟੁਕੜੀ ਉੱਪਰ ਹਮਲਾ ਕਰ ਦਿੱਤਾ। ਸਰਦਾਰ ਹਰੀ ਸਿੰਘ ਨੇ ਬਹਾਦਰੀ ਨਾਲ ਸ਼ੇਰ ਦਾ ਮੁਕਾਬਲਾ ਕਰਦੇ ਹੋਏ ਉਸ ਨੂੰ ਮਾਰ ਮੁਕਾਇਆ। ਉਹਨਾਂ ਦਾ ਇਹ ਜੌਹਰ ਦੇਖ ਕੇ ਮਹਾਰਾਜਾ ਸਮੇਤ ਸਾਰੇ ਹੀ ਸੈਨਿਕ ਦੰਗ ਰਹਿ ਗਏ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਨਲ ਦੀ ਉਪਾਧੀ ਦਿੱਤੀ ਅਤੇ ਨਲ ਤੋਂ ਹੌਲੀ-ਹੌਲੀ ਉਹਨਾਂ ਦਾ ਨਾਮ ਨਲਵਾ ਪੈ ਗਿਆ। ਫਿਰ ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ, ਚਿੱਤ ਕਰਦਾ ਏ ਮੇਰਾ ਜਾ ਕੇ ਗਜਨੀ ਸਬਕ ਸਿਖਾਵਾਂ। ਦੋਸਤੋ, ਗਜਨੀ ਅਫਗਾਨਿਸਤਾਨ ਦਾ ਇੱਕ ਸ਼ਹਿਰ ਹੈ ਜੋ ਕਿ ਕਾਬਲ ਅਤੇ ਕੰਧਾਰ ਦੇ ਵਿਚਕਾਰ ਪੈਂਦਾ ਹੈ। ਇੱਥੋਂ ਦੇ ਸ਼ਾਸਕ ਮਹਿਮੂਦ ਗਜਨਵੀ ਨੇ ਭਾਰਤ ਉੱਪਰ 1000 ਈਸਵੀ ਤੋਂ ਲੈ ਕੇ 1025 ਈਸਵੀ ਤੱਕ ਲਗਭਗ 17 ਵਾਰ ਹਮਲਾ ਕੀਤਾ। ਗੁਜਰਾਤ ਵਿੱਚ ਸਥਿਤ ਸੋਮਨਾਥ ਦਾ ਮੰਦਿਰ ਵੀ ਮਹਿਮੂਦ ਨੇ ਲੁੱਟਿਆ ਸੀ। ਕਿਹਾ ਜਾਂਦਾ ਹੈ ਕਿ ਮਹਿਮੂਦ ਇੱਥੋਂ ਲਗਭਗ 2 ਮਿਲੀਅਨ ਦਿਨਾਰ ਦੇ ਬਰਾਬਰ ਦੀ ਸੰਪત્ਤੀ ਲੁੱਟ ਕੇ ਲੈ ਗਿਆ ਸੀ। ਮਹਿਮੂਦ ਗਜਨੀ ਤੋਂ ਲੁੱਟ ਦਾ ਸਮਾਨ ਸਾਡੇ ਸੂਬੇ ਦੇ ਮਹਾਨ ਯੋਧਿਆਂ ਨੇ ਸਿੰਧ ਨਦੀ ਕੋਲੋਂ ਖੋਹਿਆ ਸੀ। ਇਸ ਤੋਂ ਇਲਾਵਾ ਤਕਰੀਬਨ 1720 ਤੋਂ 1800 ਤੱਕ ਗਜਨੀ ਸ਼ਹਿਰ ਵਿੱਚ ਹਰੇਕ ਸਾਲ ਹਸੀਨਾ-ਏ-ਹਿੰਦ ਨਾਮ ਦੀ ਮੰਡੀ ਲੱਗਦੀ ਸੀ। ਉਸ ਵਿੱਚ ਪੂਰੇ ਅਰਬ ਦੇਸ਼ਾਂ ਦੇ ਮੁਸਲਮਾਨ ਆ ਕੇ ਔਰਤਾਂ ਦੀ ਖਰੀਦਦਾਰੀ ਕਰਦੇ ਸਨ। ਔਰਤਾਂ ਦੇ ਗਲਾਂ ਵਿੱਚ ਅਲੱਗ-ਅਲੱਗ ਰੇਟ ਲਿਖ ਕੇ ਪਾਏ ਹੁੰਦੇ ਸਨ। ਉਹਨਾਂ ਦਾ ਹੁਸਨ ਵੇਖ ਕੇ ਹੋਰ ਜ਼ਿਆਦਾ ਰੇਟ ਵੀ ਲੱਗ ਜਾਂਦਾ ਸੀ। ਉਹਨਾਂ ਔਰਤਾਂ ਵਿੱਚ ਜ਼ਿਆਦਾਤਰ ਕੁਆਰੀਆਂ ਕੁੜੀਆਂ ਹੁੰਦੀਆਂ ਸਨ। ਫਿਰ ਖਰੀਦਣ ਵਾਲਾ ਉਸ ਕੁੜੀ ਨੂੰ ਖਰੀਦ ਕੇ ਆਪਣੇ ਘਰ ਲੈ ਜਾਂਦਾ, ਉਸ ਨੂੰ ਆਪਣੀ ਗੋਲੀ ਬਣਾ ਕੇ ਰੱਖਦਾ। ਘਰ ਆਏ ਕਿਸੇ ਖਾਸ ਦੋਸਤ ਨੂੰ ਉਹ ਉਸ ਕੁੜੀ ਦੀ ਸੌਗਾਤ ਦਿੰਦਾ। ਇੰਨਾ ਬੁਰਾ ਵਕਤ ਸੀ ਉਸ ਟਾਈਮ ਔਰਤਾਂ 'ਤੇ। ਤੁਹਾਨੂੰ ਪਤਾ ਹੈ ਔਰਤਾਂ ਕੌਣ ਹੁੰਦੀਆਂ ਸਨ? ਉਹ ਮੁਗਲ ਹਮਲਾਵਰਾਂ ਦੀਆਂ ਹਰਨ ਕੀਤੀਆਂ ਹੋਈਆਂ ਕੁੜੀਆਂ ਸਨ, ਜਿਨ੍ਹਾਂ ਦੇ ਵੀਰਾਂ ਨੇ ਰੱਖੜੀ ਤਾਂ ਬਣਾਈ ਸੀ ਪਰ ਕਰਤੱਵ ਭੁੱਲ ਗਏ ਸੀ। ਉਹ ਹਿੰਦੂ ਲੜਕੀਆਂ ਸਨ ਜਿਨ੍ਹਾਂ ਦੀ ਮੰਡੀ ਲੱਗਦੀ ਸੀ।
ਫਿਰ ਖਾਲਸੇ ਨੇ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹ ਸਿੰਘ, ਭਾਈ ਵਘੇਲ ਸਿੰਘ, ਸਰਦਾਰ ਹਰੀ ਸਿੰਘ ਵਰਗੇ ਸਰਦਾਰਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟ ਕੇ ਗਜਨੀ ਦਾ ਬਾਜ਼ਾਰ ਲੁੱਟ ਲਿਆ ਤੇ ਹਜ਼ਾਰਾਂ ਹਿੰਦੂ ਕੁੜੀਆਂ ਨੂੰ ਛੁਡਾ ਕੇ ਉਹਨਾਂ ਦੇ ਘਰ ਤੱਕ ਪਹੁੰਚਾ ਦਿੱਤਾ। ਸੋ ਦੋਸਤੋ, ਇਹ ਸੀ ਗਜਨੀ ਸ਼ਹਿਰ ਦਾ ਇਤਿਹਾਸ। ਅਗਲੀ ਲਾਈਨ ਆਉਂਦੀ ਹੈ, ਦਿੱਲੀ ਜਮਰੌਦ ਜਿਹਾ ਮਾਲਕਾ ਇਹ ਵੀ ਫਤਿਹ ਕਰਾ ਦੇ। ਜਮਰੌਦ ਦੀ ਲੜਾਈ ਸਿੱਖਾਂ ਅਤੇ ਅਫਗਾਨਾਂ ਵਿਚਕਾਰ 1837 ਵਿੱਚ ਲੜੀ ਗਈ ਇਤਿਹਾਸਿਕ ਅਤੇ ਮਹੱਤਵਪੂਰਨ ਲੜਾਈ ਹੈ। ਇਸ ਵਿੱਚ ਸਾਡਾ ਵਿਸ਼ਵ ਪ੍ਰਸਿੱਧ ਜਰਨੈਲ ਹਰੀ ਸਿੰਘ ਨਲਵਾ ਸਾਡੇ ਕੋਲੋਂ ਸਦਾ ਲਈ ਖੁੱਸ ਗਿਆ ਸੀ ਅਤੇ ਖਾਲਸਾ ਰਾਜ ਦੀਆਂ ਦਰਾ ਖੈਬਰ ਵਾਲੇ ਪਾਸਿਓਂ ਜੜ੍ਹਾਂ ਵੀ ਖੋਖਲੀਆਂ ਹੋ ਗਈਆਂ। ਸਰਦਾਰ ਹਰੀ ਸਿੰਘ ਨਲਵਾ ਨੇ ਪਿਸ਼ਾਵਰ ਦੀ ਵਾਗਡੋਰ ਸੰਭਾਲਣ ਉਪਰੰਤ 1836 ਵਿੱਚ ਜਮਰੌਦ ਦਾ ਕਿਲ੍ਹਾ ਬਣਵਾਇਆ। 1837 ਵਿੱਚ ਸ਼ੇਰੇ ਪੰਜਾਬ ਆਪਣੇ ਪੋਤਰੇ ਕੰਵਰ ਨੌਨਿਹਾਲ ਦੇ ਵਿਆਹ ਵਿੱਚ ਵਿਅਸਤ ਸਨ। ਇਸ ਸਮੇਂ ਸਰਦਾਰ ਹਰੀ ਸਿੰਘ ਨਲੂਆ ਕਿਲ੍ਹਿਆਂ ਦੀਆਂ ਤਿਆਰੀਆਂ ਦੇ ਨਾਲ ਸਰਹੱਦੀ ਸੂਬੇ ਦੀਆਂ ਨੀਹਾਂ ਹੋਰ ਪੱਕੀਆਂ ਕਰ ਰਹੇ ਸਨ। ਕਿਲ੍ਹਿਆਂ ਦੀਆਂ ਤਿਆਰੀਆਂ ਦੇਖ ਕੇ ਅਫਗਾਨਿਸਤਾਨ ਦੇ ਹਾਕਮਾਂ ਨੂੰ ਡਰ ਸੀ ਕਿ ਜਲਾਲਾਬਾਦ ਅਤੇ ਕਾਬੁਲ ਨੂੰ ਸਿੱਖ ਰਾਜ ਵਿੱਚ ਰਲਾਉਣ ਦੇ ਮਨਸੂਬੇ ਬਣਾਏ ਜਾ ਰਹੇ ਹਨ। ਅਮੀਰ ਦੋਸਤ ਮੁਹੰਮਦ ਖਾਨ ਨੇ 30,000 ਫੌਜ ਅਤੇ 40 ਵੱਡੀਆਂ ਤੋਪਾਂ ਸਮੇਤ ਦਰਾ ਖੈਬਰ ਵੱਲ ਕੂਚ ਕਰ ਦਿੱਤਾ। ਇਸ ਸੰਬੰਧੀ ਸਹਾਇਤਾ ਲਈ ਸਰਦਾਰ ਹਰੀ ਸਿੰਘ ਨਲੂਆ ਨੇ ਬਹੁਤ ਸਾਰੀਆਂ ਅਰਜ਼ੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਭੇਜੀਆਂ, ਪਰ ਇਹਨਾਂ ਉੱਪਰ ਜ਼ਿਆਦਾ ਗੌਰ ਨਾ ਹੋਇਆ। ਜਮਰੌਦ ਦੇ ਕਿਲ੍ਹੇ ਅੰਦਰ ਕੁੱਲ 800 ਸਿੱਖ ਸਨ, ਜਿਨ੍ਹਾਂ ਦੀ ਕਮਾਨ ਮਹਾਂ ਸਿੰਘ ਦੇ ਹੱਥ ਸੀ। ਸਰਦਾਰ ਸਿੰਘ ਨਲੂਆ ਹਾਲੇ ਪਿਸ਼ਾਵਰ ਵਿੱਚ ਸਨ। ਸਰਦਾਰ ਹਰੀ ਸਿੰਘ ਨਲੂਆ ਦੇ ਪਹੁੰਚਣ ਤੱਕ ਮਹਾਂ ਸਿੰਘ ਨੇ ਅਫਗਾਨਾਂ ਨੂੰ ਕਿਲ੍ਹੇ ਦੇ ਅੰਦਰ ਦਾਖਲ ਹੋਣੋਂ ਰੋਕੀ ਰੱਖਿਆ ਸੀ। ਫਿਰ ਨਲੂਆ ਦੇ ਪਹੁੰਚਣ ਤੋਂ ਮਗਰੋਂ ਸੈਨਿਕਾਂ ਦਾ ਹੌਸਲਾ ਬਹੁਤ ਜ਼ਿਆਦਾ ਵੱਧ ਗਿਆ ਅਤੇ ਉਹਨਾਂ ਸਾਰੇ ਅਫਗਾਨਾਂ ਨੂੰ ਖਦੇੜ ਦਿੱਤਾ। ਅਫਗਾਨਾਂ ਨੂੰ ਖਦੇੜਨ ਤੋਂ ਬਾਅਦ ਸਾਡੇ ਕੁਝ ਸਿਪਾਹੀ ਦੁਸ਼ਮਣਾਂ ਦਾ ਮਾਲ ਲੁੱਟਣ ਵਿੱਚ ਵਿਅਸਤ ਹੋ ਗਏ ਅਤੇ ਸਰਦਾਰ ਹਰੀ ਸਿੰਘ ਨਲੂਆ ਇਹ ਸਭ ਦੇਖ ਰਹੇ ਸਨ। ਅਚਾਨਕ ਅਮੀਰਜ਼ਾਦਾ ਮੁਹੰਮਦ ਅਫਜ਼ਲ ਖਾਨ ਅਤੇ ਨਵਾਬ ਸ਼ਮਸੁਦੀਨ ਖਾਨ ਬਰਕਜ਼ਈ ਦੇ ਕੁਝ ਲੁਕੇ ਹੋਏ ਸਿਪਾਹੀਆਂ ਨੇ ਅਚਾਨਕ ਗੋਲੀ ਚਲਾ ਦਿੱਤੀ। ਪਹਿਲੀ ਗੋਲੀ ਸਰਦਾਰ ਹਰੀ ਸਿੰਘ ਨਲੂਆ ਦੇ ਪੱਟ ਵਿੱਚ ਅਤੇ ਦੂਜੀ ਛਾਤੀ ਵਿੱਚ ਲੱਗੀ। ਉਸ ਤੋਂ ਬਾਅਦ ਇਲਾਜ ਲਈ ਉਹਨਾਂ ਨੂੰ ਕਿਲ੍ਹੇ ਦੇ ਅੰਦਰ ਲਿਆਂਦਾ ਗਿਆ। ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਦੀ ਖਬਰ ਨੂੰ ਲਾਹੌਰੋਂ ਸਹਾਇਤਾ ਪਹੁੰਚਣ ਤੱਕ ਗੁਪਤ ਰੱਖਣ ਲਈ ਕਿਹਾ ਗਿਆ। ਉਸ ਤੋਂ ਬਾਅਦ ਮਹਾਂ ਸਿੰਘ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਿਲ੍ਹੇ ਦੇ ਅੰਦਰ ਕੀਤਾ। ਦੋਸਤੋ, ਕਿਹਾ ਜਾਂਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਏ ਦਾ ਕਸ਼ਹਿਰਾ ਉੱਚੀ ਤਾਰ ਬੰਨ੍ਹ ਕੇ ਸਾਹਮਣੇ ਟੰਗ ਦਿੱਤਾ ਗਿਆ ਸੀ ਤੇ ਅਫਗਾਨ ਉਹਨਾਂ ਦੇ ਕਸ਼ਹਿਰੇ ਨੂੰ ਦੇਖ ਕੇ ਅੰਦਾਜ਼ਾ ਲਗਾਉਂਦੇ ਸਨ ਕਿ ਸਰਦਾਰ ਹਰੀ ਸਿੰਘ ਨਲੂਆ ਹਾਲੇ ਜਿਉਂਦਾ ਹੈ ਤੇ ਉਹਨਾਂ ਦੇ ਡਰ ਤੋਂ ਉਹ ਕਿਲ੍ਹੇ ਦੇ ਨੇੜੇ ਵੀ ਨਾ ਟੁਕੇ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ, ਮੰਦ ਬੁੱਧੀ ਤੁਗਲਕ ਨੇ ਇਹਨਾਂ ਨੂੰ ਤਖਤਾਂ ਉੱਤੋਂ ਲਾ ਦੇ। ਇਹ ਮੰਦ ਬੁੱਧੀ ਤੁਗਲਕ ਸ਼ਬਦ ਮੁਹੰਮਦ ਬਿਨ ਤੁਗਲਕ ਲਈ ਵਰਤਿਆ ਗਿਆ ਹੈ, ਜੋ ਕਿ ਦਿੱਲੀ ਦਾ ਸੁਲਤਾਨ ਸੀ। ਉਹ 1325 ਈਸਵੀ ਤੋਂ 1351 ਈਸਵੀ ਤੱਕ ਗੱਦੀ ਤੇ ਰਿਹਾ। ਉਸ ਨੂੰ ਤਾਰਾ ਵਿਗਿਆਨ, ਧਰਮ ਅਤੇ ਫਿਲਾਸਫੀ ਦਾ ਮਾਹਰ ਮੰਨਿਆ ਜਾਂਦਾ ਹੈ। ਉਹ ਇਤਿਹਾਸ ਵਿੱਚ ਮੂਰਖ ਵਿਦਵਾਨ ਦੇ ਨਾਮ ਨਾਲ ਪ੍ਰਸਿੱਧ ਹੈ। ਤੁਗਲਕ ਨੂੰ ਬੱਬੂ ਮਾਨ ਨੇ ਮੰਦਬੁੱਧੀ ਇਸ ਲਈ ਕਿਹਾ ਹੈ ਕਿਉਂਕਿ ਤੁਗਲਕ ਦੁਆਰਾ ਤਿਆਰ ਕੀਤੀਆਂ ਗਈਆਂ ਨਵੀਆਂ ਨੀਤੀਆਂ ਅਤੇ ਯੋਜਨਾਵਾਂ ਬੁਰੇ ਤਰੀਕੇ ਨਾਲ ਫੇਲ ਹੋ ਗਈਆਂ। ਉਹਨਾਂ ਦੀਆਂ ਯੋਜਨਾਵਾਂ ਸਨ ਦੁਆਬੇ ਦੇ ਲੋਕਾਂ ਦਾ ਕਰ ਵਧਾਉਣਾ, ਖੇਤੀ ਵਿਭਾਗ ਦੀ ਸਥਾਪਨਾ ਕਰਨਾ ਜਿਸ ਨੂੰ ਕਿ ਦੀਵਾਨ ਕੋਹੀ ਕਿਹਾ ਜਾਂਦਾ ਸੀ, ਰਾਜਧਾਨੀ ਦਾ ਬਦਲਣਾ, ਸਾਕੇਤਿਕ ਮੁਦਰਾ ਦਾ ਬਦਲਾਵ ਕਰਨਾ, ਖੁਰਾਸਾਨ ਨੂੰ ਜਿੱਤਣ ਦੀ ਯੋਜਨਾ, ਕਰਾਜਲ ਤੇ ਚੜ੍ਹਾਈ। ਇਹਨਾਂ ਵਿੱਚੋਂ ਦੋ ਮਹੱਤਵਪੂਰਨ ਗਲਤੀਆਂ, ਜੋ ਪਹਿਲੀ ਗਲਤੀ ਸੀ ਜਿਸ ਨੂੰ ਕਿ ਸਿਆਣੀ ਮੂਰਖਤਾ ਕਿਹਾ ਜਾ ਸਕਦਾ ਹੈ, ਉਹ ਸੀ ਕਿ ਉਸਨੇ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀ ਕਰੰਸੀ ਚਲਾਈ। ਕੁਝ ਦਿਨਾਂ ਬਾਅਦ ਲੋਕਾਂ ਨੇ ਸੋਨੇ ਦੀ ਉੱਚੀ ਕੀਮਤ ਹੋਣ ਕਾਰਨ ਸੋਨੇ ਦੇ ਸਿੱਕਿਆਂ ਨੂੰ ਵੇਚ ਦਿੱਤਾ, ਜਿਸ ਕਾਰਨ ਤੁਗਲਕ ਦੀ ਸਾਰੀ ਇਕਨੋਮੀ ਢਹਿ ਢੇਰੀ ਹੋ ਗਈ। ਦੂਜੀ ਮੂਰਖਤਾ ਭਰੀ ਸਿਆਣਪ ਉਸਨੇ ਇਹ ਕੀਤੀ ਜੋ ਉਸਦੇ ਰਾਜ ਦਾ ਅੰਤ ਕਰ ਗਈ ਕਿ ਉਸਨੇ ਇਹ ਸੋਚਿਆ ਕਿ ਜੇ ਉਹ ਆਪਣਾ ਰਾਜ ਦਿੱਲੀ ਦੀ ਬਜਾਏ ਕਿਤੇ ਦੱਖਣ ਲੈ ਜਾਵੇ ਤਾਂ ਉੱਤਰ ਤੋਂ ਆਉਣ ਵਾਲੇ ਹਮਲਾਵਰਾਂ ਦੇ ਹਮਲਿਆਂ ਤੋਂ ਦੇਸ਼ ਦੀ ਰਾਜਧਾਨੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਦੂਜਾ ਆਪਣੇ ਰਾਜ ਨੂੰ ਦੱਖਣ ਵੱਲ ਵਧਾਇਆ ਜਾ ਸਕਦਾ ਹੈ। ਉਸ ਦੀ ਇਹ ਸਿਆਣਪ ਵੀ ਮੂਰਖਤਾ ਬਣ ਕੇ ਹੀ ਨਿਬੜੀ। ਉਸਨੇ ਦਿੱਲੀ ਨੂੰ ਛੱਡ ਕੇ ਆਪਣੇ ਰਾਜ ਦੀ ਰਾਜਧਾਨੀ ਦਿਓਗੀਰ ਦੌਲਤਾਬਾਦ ਨੂੰ ਬਣਾ ਲਿਆ ਅਤੇ ਸਾਰੀਆਂ ਫੌਜਾਂ ਨੂੰ ਦੌਲਤਾਬਾਦ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਇਹ ਫੈਸਲਾ ਉਸਦੇ ਰਾਜ ਦੇ ਤਾਬੂਤ ਦੀ ਆਖਰੀ ਕਿੱਲ ਸਾਬਿਤ ਹੋਇਆ।
ਇੰਨੀ ਦੂਰ ਫੌਜਾਂ ਦੇ ਕੂਚ ਕਰਨ ਕਰਕੇ ਅਤੇ ਦੌਲਤਾਬਾਦ ਵਿੱਚ ਪਾਣੀ ਦੀ ਕਮੀ ਕਾਰਨ ਅਤੇ ਮੌਸਮ ਮਾਫਿਕ ਨਾ ਹੋਣ ਕਰਕੇ ਬਹੁਤੇ ਫੌਜੀ ਬਿਮਾਰ ਅਤੇ ਕਮਜ਼ੋਰ ਹੋ ਗਏ। ਇਸੇ ਵੇਲੇ ਹੀ ਪਲੇਗ ਦੀ ਬਿਮਾਰੀ ਫੈਲਣ ਕਰਕੇ ਲਗਭਗ ਉਸ ਦੀ ਅੱਧੀ ਫੌਜ ਪਲੇਗ ਦਾ ਸ਼ਿਕਾਰ ਹੋ ਕੇ ਮੁੱਕ ਗਈ। ਉਸ ਦੀਆਂ ਗਲਤ ਨੀਤੀਆਂ ਅਤੇ ਬੇਲੋੜੀਆਂ ਸਿਆਣਪਾਂ ਨੇ ਹੀ ਉਸ ਦੇ ਰਾਜ ਦਾ ਅੰਤ ਕਰ ਦਿੱਤਾ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ, ਸਾਹਿਬਜ਼ਾਦਿਆਂ ਦੀ ਕਾਹਤੋਂ ਭੁੱਲ ਗਏ ਹੋ ਕੁਰਬਾਨੀ, ਪੀਰ ਬੁੱਧੂ ਸ਼ਾਹ ਵਰਗੇ ਇੱਥੇ ਯੋਧੇ ਨੇ ਲਾਸਾਨੀ। ਦੋਸਤੋ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਤਾਂ ਅਸੀਂ ਸਾਰੇ ਬਿਲਕੁਲ ਚੰਗੀ ਤਰ੍ਹਾਂ ਵਾਕਿਫ ਹਾਂ। ਆਓ ਗੱਲ ਕਰਦੇ ਹਾਂ ਪੀਰ ਬੁੱਧੂ ਸ਼ਾਹ ਬਾਰੇ। ਸਿੱਖ ਇਤਿਹਾਸ ਵਿੱਚ ਪੀਰ ਬੁੱਧੂ ਸ਼ਾਹ ਦਾ ਨਾਮ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਉਹਨਾਂ ਦੀ ਅਧਿਆਤਮਕ ਤ੍ਰਿਪਤੀ ਹੋਈ। ਔਰੰਗਜ਼ੇਬ ਦੀ ਸੈਨਾ ਵਿੱਚੋਂ ਕੱਢੇ ਗਏ 500 ਸਿਪਾਹੀਆਂ ਨੂੰ ਦਸ਼ਮੇਸ਼ ਪਿਤਾ ਨੇ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਤੇ ਆਪਣੀ ਸੈਨਾ ਵਿੱਚ ਭਰਤੀ ਕੀਤਾ। ਪਰ ਭੰਗਾਣੀ ਦੇ ਯੁੱਧ ਸਮੇਂ ਸਿਰਫ ਪਠਾਨ ਕਾਲੇ ਖਾਂ ਨੂੰ ਛੱਡ ਕੇ ਬਾਕੀ ਸਾਰੇ ਗੁਰੂ ਜੀ ਦਾ ਸਾਥ ਛੱਡ ਗਏ। ਜਦ ਇਹ ਖਬਰ ਪੀਰ ਬੁੱਧੂ ਸ਼ਾਹ ਨੂੰ ਮਿਲੀ ਤਾਂ ਉਹ ਆਪਣੇ ਪੁੱਤਰਾਂ ਅਤੇ ਮੁਰੀਦਾਂ ਨੂੰ ਲੈ ਕੇ ਭੰਗਾਣੀ ਦੇ ਯੁੱਧ ਵਿੱਚ ਗੁਰੂ ਜੀ ਦੀ ਸਹਾਇਤਾ ਲਈ ਪਹੁੰਚਿਆ ਅਤੇ ਗੁਰੂ ਜੀ ਦੀ ਇਸ ਲੜਾਈ ਵਿੱਚ ਜਿੱਤ ਹੋਈ। ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਅਤੇ ਅਨੇਕਾਂ ਮੁਰੀਦ ਇਸ ਜੰਗ ਵਿੱਚ ਸ਼ਹੀਦ ਹੋ ਗਏ। ਉਸਮਾਨ ਖਾਨ ਪੀਰ ਬੁੱਧੂ ਸ਼ਾਹ ਦੇ ਗੁਰੂ ਪਿਤਾ ਨਾਲ ਸੰਬੰਧਾਂ ਕਰਕੇ ਔਖਾ ਸੀ। ਉਸਮਾਨ ਖਾਨ ਨੇ ਇੱਕ ਦਿਨ ਪੀਰ ਬੁੱਧੂ ਸ਼ਾਹ ਨੂੰ ਜੰਗਲ ਵਿੱਚ ਲਿਜਾ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਪੀਰ ਸ਼ਾਇਦ ਬਦਰੁਦੀਨ ਸ਼ਾਹ, ਜਿਨ੍ਹਾਂ ਨੂੰ ਅਸੀਂ ਪੀਰ ਬੁੱਧੂ ਸ਼ਾਹ ਦੇ ਨਾਮ ਨਾਲ ਜਾਣਦੇ ਹਾਂ, ਉਹਨਾਂ ਦੀ ਮੌਤ ਦਾ ਬਦਲਾ ਲਿਆ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ, ਦਿੱਲੀ ਤਖਤ ਦੇ ਵਾਰਿਸ ਬਈ ਫਿਰਦੇ ਕਲਕੱਤੇ ਵਿੱਚ ਰੁਲਦੇ। ਦੋਸਤੋ, ਇਹ ਸ਼ਬਦ ਮੁਗਲ ਸ਼ਾਸਨ ਦੇ ਆਖਰੀ ਸ਼ਾਸਕ ਬਹਾਦਰ ਸ਼ਾਹ ਜ਼ਫਰ ਦੀ ਪੜਪੋਤੀ, ਜੋ ਕਿ ਅੱਜਕੱਲ੍ਹ ਕਲਕੱਤੇ ਦੀਆਂ ਝੁੱਗੀਆਂ ਵਿੱਚ ਰਹਿ ਰਹੀ ਹੈ, ਉਹਨਾਂ ਲਈ ਵਰਤਿਆ ਗਿਆ ਹੈ। ਉਹ ਕਿਵੇਂ ਗਰੀਬੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ, ਇਹ ਲਾਈਨਾਂ ਉਹਨਾਂ ਬਾਰੇ ਦੱਸਦੀਆਂ ਹਨ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ, ਹਿਟਲਰ ਹੋ ਤੁਰਿਆ। ਹਿਟਲਰ, ਜਿਸ ਦਾ ਪੂਰਾ ਨਾਮ ਐਡੋਲਫ ਹਿਟਲਰ ਸੀ, ਉਹ ਇੱਕ ਜਰਮਨ ਰਾਜਨੀਤੀਵਾਨ ਅਤੇ ਨਾਜ਼ੀ ਪਾਰਟੀ ਦਾ ਲੀਡਰ ਸੀ। ਇਤਿਹਾਸ ਦੇ ਸਭ ਤੋਂ ਕਰੂਰ ਇਸ ਵਿਅਕਤੀ ਨੇ ਦੂਜੇ ਵਿਸ਼ਵ ਯੁੱਧ ਸਮੇਂ, ਜੋ ਕਿ 1939 ਤੋਂ 1945 ਤੱਕ ਲੜਿਆ ਗਿਆ, ਲਗਭਗ 60 ਲੱਖ ਯਹੂਦੀ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਅੰਤ ਆਪ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਅਗਲੀ ਲਾਈਨ ਹੈ, ਬਾਦਸ਼ਾਹ ਕੌਰੂ ਵੀ ਨਾ ਬਚਿਆ। ਬਾਦਸ਼ਾਹ ਕੌਰੂ, ਜੋ ਕਿ ਬਹੁਤ ਹੀ ਲਾਲਚੀ ਕਿਸਮ ਦਾ ਸ਼ਾਸਕ ਸੀ, ਉਹ ਕਬਰਾਂ ਵਿੱਚ ਦਬਾਏ ਮੁਰਦਿਆਂ ਦੇ ਮੂੰਹ ਵਿੱਚ ਦਫਨਾਉਣ ਸਮੇਂ ਪਾਇਆ ਸਿੱਕਾ ਕਬਰ ਪੁਟਵਾ ਕੇ ਕੱਢ ਲੈਂਦਾ ਸੀ ਅਤੇ ਇਸ ਤਰ੍ਹਾਂ ਉਸਨੇ ਪਾਪ ਦੀ ਮਾਇਆ ਦਾ ਬਹੁਤ ਵੱਡਾ ਜ਼ਖੀਰਾ ਇਕੱਠਾ ਕਰ ਲਿਆ ਸੀ। ਜਦੋਂ ਉਸ ਦਾ ਅੰਤ ਸਮਾਂ ਨੇੜੇ ਆਇਆ ਤਾਂ ਉਸ ਦੀ ਹੋਸ਼ ਟਿਕਾਣੇ ਆਈ ਕਿ ਮੈਂ ਤਾਂ ਐਵੇਂ ਲੋਕਾਂ ਦੇ ਗਲ ਘੁੱਟ ਕੇ ਧਨ ਇਕੱਠਾ ਕਰਦਾ ਰਿਹਾ, ਹੁਣ ਮਰਨ ਸਮੇਂ ਇਹ ਮੇਰੇ ਨਾਲ ਨਹੀਂ ਜਾਣਾ। ਤਾਂ ਉਸਨੇ ਆਪਣੇ ਅਹਿਲਕਾਰਾਂ ਨੂੰ ਬੁਲਾ ਕੇ ਕਿਹਾ ਕਿ ਜਦ ਮੇਰੀ ਮੌਤ ਹੋ ਗਈ ਤਾਂ ਤੁਸੀਂ ਮੇਰੀ ਅਰਥੀ ਲੈ ਜਾਣ ਸਮੇਂ ਮੇਰਾ ਇੱਕ ਹੱਥ ਬਾਹਰ ਕੱਢ ਕੇ ਲਿਜਾਣਾ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੌਰੂ ਬਾਦਸ਼ਾਹ ਅੱਜ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ ਹੈ ਅਤੇ ਨਾਲ ਇਕੱਠਾ ਕੀਤਾ ਧਨ ਨਹੀਂ ਜਾ ਰਿਹਾ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ, ਬਾਪੂ ਵੈਰੀ ਹੋ ਗਿਆ ਸੀ ਪਰ ਪ੍ਰਹਿਲਾਦ ਨਾ ਅੱਗ ਵਿੱਚ ਮੱਚਿਆ। ਦੋਸਤੋ, ਹਰਨਾਕਸ਼ ਨਾਂ ਦਾ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ। ਉਸਨੇ ਭਗਵਾਨ ਬ੍ਰਹਮਾ ਦੀ ਭਗਤੀ ਕਰਕੇ ਇਹ ਵਰਦਾਨ ਪ੍ਰਾਪਤ ਕੀਤਾ ਕਿ ਨਾ ਉਹ ਦਿਨੇ ਮਰੇਗਾ, ਨਾ ਉਹ ਰਾਤ ਨੂੰ ਮਰੇਗਾ, ਨਾ ਉਹ ਅੰਦਰ ਮਰੇਗਾ ਅਤੇ ਨਾ ਉਹ ਬਾਹਰ ਮਰੇਗਾ, ਨਾ ਹੀ ਕਿਸੇ ਜਾਨਵਰ ਤੋਂ ਮਰੇਗਾ ਅਤੇ ਨਾ ਹੀ ਕਿਸੇ ਇਨਸਾਨ ਕੋਲੋਂ। ਭਗਵਾਨ ਤੋਂ ਅਮਰ ਹੋਣ ਦਾ ਵਰਦਾਨ ਪਾ ਕੇ ਉਹ ਆਪ ਹੀ ਭਗਵਾਨ ਬਣ ਬੈਠਿਆ। ਉਸਨੇ ਭਗਵਾਨ ਦੇ ਮੰਦਿਰਾਂ ਨੂੰ ਬੰਦ ਕਰਵਾ ਦਿੱਤਾ ਅਤੇ ਆਪਣੀ ਪਰਜਾ ਨੂੰ ਉਸ ਦੀ ਪੂਜਾ ਕਰਨ ਲਈ ਕਿਹਾ। ਡਰਦੀ ਗਰੀਬ ਪਰਜਾ ਉਸ ਨੂੰ ਰੱਬ ਵਾਂਗ ਪੂਜਣ ਲੱਗੀ। ਹਰਨਾਕਸ਼ ਦਾ ਇੱਕ ਪੁੱਤਰ ਸੀ ਪ੍ਰਹਿਲਾਦ, ਜੋ ਕਿ ਵਿਸ਼ਨੂੰ ਦਾ ਭਗਤ ਸੀ। ਉਸਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹ ਸੁਣ ਕੇ ਹਰਨਾਕਸ਼ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਆਪਣੇ ਸੈਨਿਕਾਂ ਨੂੰ ਹੁਕਮ ਦੇ ਦਿੱਤਾ ਕਿ ਪ੍ਰਹਿਲਾਦ ਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਵੇ, ਜਿੱਥੇ ਉਹ ਕੁੱਟ-ਕੁੱਟ ਕੇ ਮਰ ਜਾਵੇਗਾ। ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਾ ਹੋਇਆ। ਹਰਨਾਕਸ਼ ਨੇ ਫਿਰ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਜਾਵੇ। ਹੋਲਿਕਾ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਨਹੀਂ ਸੀ ਜਲ ਸਕਦੀ।
ਹੋਲਿਕਾ ਪ੍ਰਹਿਲਾਦ ਨੂੰ ਲੈ ਕੇ ਅੱਗ ਵਿੱਚ ਬੈਠ ਗਈ। ਜਦੋਂ ਅੱਗ ਬੁਝੀ ਤਾਂ ਪ੍ਰਹਿਲਾਦ ਸਹੀ ਸਲਾਮਤ ਬਾਹਰ ਨਿਕਲ ਆਇਆ, ਪਰ ਹੋਲਿਕਾ ਜਲ ਕੇ ਸੁਆਹ ਹੋ ਗਈ। ਹੁਣ ਹਰਨਾਕਸ਼ ਦੇ ਸ਼ਬਰ ਦਾ ਬੰਨ ਟੁੱਟ ਗਿਆ। ਗੁੱਸੇ ਵਿੱਚ ਆ ਕੇ ਉਸਨੇ ਤਲਵਾਰ ਕੱਢ ਲਈ ਅਤੇ ਪ੍ਰਹਿਲਾਦ ਨੂੰ ਤਪਦੇ ਥੰਮ ਨਾਲ ਜੱਫੀ ਪਾਉਣ ਲਈ ਹੁਕਮ ਦਿੱਤਾ। ਪ੍ਰਹਿਲਾਦ ਦੇ ਦਿਲ ਵਿੱਚੋਂ ਆਵਾਜ਼ ਆਈ, ਪਾ ਲੈ ਤਪਦੇ ਥੰਮਾਂ ਨੂੰ ਜੱਫੀਆਂ, ਆਪੇ ਤੈਨੂੰ ਰਾਮ ਰੱਖ ਲਊ। ਜਦ ਪ੍ਰਹਿਲਾਦ ਨੇ ਤਪਦੇ ਥੰਮ ਨਾਲ ਜੱਫੀ ਪਾਈ ਤਾਂ ਥੰਮ ਪਾਟ ਗਿਆ ਅਤੇ ਉਸ ਵਿੱਚੋਂ ਨਰਸਿੰਘ ਅਵਤਾਰ ਬਾਹਰ ਨਿਕਲ ਆਇਆ, ਜੋ ਕਿ ਖੁਦ ਵਿਸ਼ਨੂੰ ਭਗਵਾਨ ਆਪ ਸਨ। ਨਰਸਿੰਘ ਨਾ ਤਾਂ ਆਦਮੀ ਸੀ ਤੇ ਨਾ ਹੀ ਜਾਨਵਰ। ਨਰਸਿੰਘ ਹਰਨਾਕਸ਼ ਨੂੰ ਲੈ ਕੇ ਦਰਵਾਜ਼ੇ ਤੇ ਗਿਆ, ਕਿਉਂਕਿ ਉਹ ਨਾ ਤਾਂ ਅੰਦਰ ਮਾਰ ਸਕਦਾ ਸੀ ਅਤੇ ਨਾ ਹੀ ਬਾਹਰ। ਉਸ ਵੇਲੇ ਨਾ ਤਾਂ ਦਿਨ ਸੀ ਤੇ ਨਾ ਹੀ ਰਾਤ ਦਾ ਵੇਲਾ ਸੀ, ਸ਼ਾਮ ਦਾ ਵੇਲਾ ਸੀ। ਨਰਸਿੰਘ ਅਵਤਾਰ ਨੇ ਇੱਕ ਪਲ ਵਿੱਚ ਹੀ ਹਰਨਾਕਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤਰ੍ਹਾਂ ਭਗਵਾਨ ਵਿਸ਼ਨੂੰ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ, ਚੰਗੇਜ਼ ਖਾਨ ਤੁਰ ਗਿਆ। ਦੋਸਤੋ, ਚੰਗੇਜ਼ ਖਾਨ ਇੱਕ ਮੰਗੋਲ ਖਾਨ ਹਾਕਮ ਸੀ, ਜਿਸ ਨੇ ਮੰਗੋਲ ਸਾਮਰਾਜ ਦੇ ਵਿਸਥਾਰ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਆਪਣੀ ਸੰਗਠਨ ਸ਼ਕਤੀ, ਬਰਾਬਰਤਾ ਅਤੇ ਸਾਮਰਾਜ ਵਿਸਥਾਰ ਲਈ ਪ੍ਰਸਿੱਧ ਹੋਇਆ। ਇਸ ਤੋਂ ਪਹਿਲਾਂ ਕਿਸੇ ਵੀ ਖਾਨਾ ਬਦੋਸ਼ ਜਾਤੀ ਦੇ ਵਿਅਕਤੀ ਨੇ ਇੰਨੀ ਫਤਿਹ ਯਾਤਰਾ ਨਹੀਂ ਕੀਤੀ ਸੀ। ਚੰਗੇਜ਼ ਖਾਨ ਇਤਿਹਾਸ ਦਾ ਸਭ ਤੋਂ ਬੇਰਹਿਮ ਹਮਲਾਵਰ ਸੀ। ਇਸ ਨਿਰਦਈ ਮੰਗੋਲ ਯੋਧੇ ਨੇ ਆਪਣੇ ਹਮਲਿਆਂ ਵਿੱਚ ਇਸ ਕਦਰ ਖੂਨ ਖਰਾਬਾ ਕੀਤਾ ਕਿ ਵੱਡੀ ਆਬਾਦੀ ਦਾ ਸਫਾਇਆ ਹੋ ਗਿਆ ਅਤੇ ਜ਼ਮੀਨ ਜੰਗਲ ਵਿੱਚ ਤਬਦੀਲ ਹੋ ਗਈ। ਸਮਝਿਆ ਜਾਂਦਾ ਹੈ ਕਿ ਉਸ ਦੇ ਹਮਲਿਆਂ ਵਿੱਚ ਤਕਰੀਬਨ 4 ਕਰੋੜ ਲੋਕ ਮਾਰੇ ਗਏ। ਉਸਨੇ ਆਪਣੇ ਫਤਿਹ ਅਭਿਆਨ ਦੇ ਬਾਅਦ ਧਰਤੀ ਦੀ 22% ਜ਼ਮੀਨ ਤੱਕ ਆਪਣੇ ਸਾਮਰਾਜ ਦਾ ਵਿਸਥਾਰ ਕਰ ਲਿਆ ਸੀ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ ਕਿ ਆਤਮ ਹੱਤਿਆ ਕਰ ਗਿਆ ਨੀਰੋ। ਦੋਸਤੋ, ਨੀਰੋ ਰੋਮ ਦਾ ਇੱਕ ਸਮਰਾਟ ਸੀ। ਨੀਰੋ ਦੀ ਮਾਂ ਨੇ ਆਪਣੇ ਮਾਮਾ ਸਮਰਾਟ ਕਲਾਉਡੀਅਸ ਨਾਲ ਵਿਆਹ ਕਰਵਾ ਲਿਆ ਸੀ ਅਤੇ ਇਸ ਗੱਲ ਤੇ ਉਸ ਨੂੰ ਰਾਜ਼ੀ ਕਰ ਲਿਆ ਸੀ ਕਿ ਉਸ ਮਗਰੋਂ ਨੀਰੋ ਰਾਜ ਦਾ ਉੱਤਰਾਧਿਕਾਰੀ ਬਣੇਗਾ। ਨੀਰੋ ਨੂੰ ਛੇਤੀ ਗੱਦੀ ਦਾ ਵਾਰਸ ਬਣਾਉਣ ਦੇ ਲਾਲਚ ਵਿੱਚ ਉਸ ਦੀ ਮਾਂ ਨੇ ਕਲਾਉਡੀਅਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਫਿਰ ਨੀਰੋ ਰੋਮ ਦਾ ਸਮਰਾਟ ਬਣ ਗਿਆ। ਰੋਮ ਦੇ ਵਾਸੀਆਂ ਨੇ ਨੀਰੋ ਦਾ ਸਵਾਗਤ ਅਤੇ ਸਮਰਥਨ ਕੀਤਾ ਅਤੇ ਉਸਨੇ ਆਪਣੇ ਗੁਰੂ ਦੀ ਸਹਾਇਤਾ ਨਾਲ ਵਧੀਆ ਤਰੀਕੇ ਨਾਲ ਰਾਜ ਕੀਤਾ, ਪਰ ਛੇਤੀ ਹੀ ਉਸ ਵਿੱਚ ਔਗਣ ਪੈਦਾ ਹੋ ਗਏ। ਨੀਰੋ ਨੇ ਬਹੁਤ ਸਾਰੀਆਂ ਹੱਤਿਆਵਾਂ ਆਪਣੇ ਲਾਲਚ ਜਾਂ ਵਿਆਹ ਦੇ ਕਾਰਨ ਕਰ ਦਿੱਤੀਆਂ, ਜਿਸ ਨਾਲ ਲੋਕਾਂ ਵਿੱਚ ਉਸ ਪ੍ਰਤੀ ਨਫ਼ਰਤ ਵੱਧ ਗਈ। ਸਾਲ 64 ਵਿੱਚ ਰੋਮ ਸ਼ਹਿਰ ਵਿੱਚ ਭਿਅੰਕਰ ਅੱਗ ਫੈਲ ਗਈ, ਜਿਸ ਦੀਆਂ ਲਾਟਾਂ ਨਾਲ ਸਾਰਾ ਸ਼ਹਿਰ ਸੜ ਕੇ ਸਵਾਹ ਹੋ ਗਿਆ। ਜਦੋਂ ਅੱਗ ਫੈਲ ਰਹੀ ਸੀ ਤਾਂ ਨੀਰੋ ਇਸ ਦਾ ਸਰੰਗੀ ਵਜਾ ਕੇ ਨਜ਼ਾਰਾ ਦੇਖ ਰਿਹਾ ਸੀ। ਕੁਝ ਲੋਕਾਂ ਦਾ ਯਕੀਨ ਸੀ ਕਿ ਇਹ ਅੱਗ ਨੀਰੋ ਨੇ ਆਪ ਲਗਾਈ ਹੈ। ਜਦੋਂ ਅੱਗ ਬੁਝ ਗਈ ਤਾਂ ਨੀਰੋ ਨੇ ਆਪਣੇ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਮਹਿਲ ਬਣਵਾਇਆ। ਬਹੁਤ ਸਾਰੇ ਟੈਕਸ, ਬੁਰਾਈਆਂ ਅਤੇ ਹੋਰ ਕਰਤੂਤਾਂ ਦੇ ਕਾਰਨ ਲੋਕਾਂ ਵਿੱਚ ਵਿਦਰੋਹ ਫੈਲਣ ਲੱਗਾ। ਸਪੇਨ ਨੇ ਰੋਮ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਨੀਰੋ ਦੇ ਸਿਪਾਹੀ ਵੀ ਰਲ ਗਏ ਅਤੇ ਨੀਰੋ ਨੂੰ ਦੇਸ਼ ਛੱਡਣਾ ਪਿਆ। ਗ੍ਰਿਫਤਾਰੀ ਤੋਂ ਬਚਣ ਲਈ ਨੀਰੋ ਨੇ ਆਤਮ ਹੱਤਿਆ ਕਰ ਲਈ। ਦੋਸਤੋ, ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ ਕਿ ਇੱਥੇ ਤਾਜ ਬਣਾਉਣ ਵਾਲਾ ਪੁੱਤ ਨੇ ਧੂ ਕੇ ਜੇਲ੍ਹ ਵਿੱਚ ਪਾਤਾ। ਅਸੀਂ ਸਾਰੇ ਜਾਣਦੇ ਹਾਂ ਕਿ ਤਾਜ ਮਹਿਲ ਸ਼ਾਹਜਹਾਂ ਨੇ ਆਪਣੀ ਬੇਗਮ ਮੁਮਤਾਜ਼ ਲਈ ਬਣਵਾਇਆ ਸੀ, ਪਰ ਜਦੋਂ ਉਸ ਦਾ ਪੁੱਤਰ ਔਰੰਗਜ਼ੇਬ ਸੱਤਾ ਵਿੱਚ ਆਇਆ ਤਾਂ ਉਸਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਇਹ ਕਹਿ ਕੇ ਆਗਰੇ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿ ਉਹ ਆਪਣੇ ਰਾਜ ਨੂੰ ਚਲਾਉਣ ਦੇ ਅਸਮਰੱਥ ਹੈ। ਅਗਲੀ ਲਾਈਨ ਵਿੱਚ ਬੱਬੂ ਮਾਨ ਕਹਿੰਦਾ ਹੈ ਕਿ ਜਿੱਤਿਆ ਹੋਇਆ ਪੋਰਸਵਈ ਵੈਸਟ ਨੇ ਕਾਗਜ਼ਾਂ ਵਿੱਚ ਹਰਾਤਾ। ਅਸੀਂ ਸਾਰੇ ਜਾਣਦੇ ਹਾਂ ਦੋਸਤੋ ਕਿ ਸਿਕੰਦਰ, ਜੋ ਕਿ ਦੁਨੀਆ ਜਿੱਤਣ ਲਈ ਨਿਕਲਿਆ ਸੀ, ਭਾਰਤ 'ਤੇ ਹਮਲਾ ਕਰਨ ਲਈ ਜਦੋਂ ਆਇਆ ਤਾਂ ਰਸਤੇ ਵਿੱਚ ਉਸ ਨੂੰ ਪੋਰਸ ਦਾ ਸਾਹਮਣਾ ਕਰਨਾ ਪਿਆ ਤੇ ਉਸ ਬਹਾਦਰ ਯੋਧੇ ਪੋਰਸ ਨੇ ਸਿਕੰਦਰ ਨੂੰ ਰਸਤੇ ਵਿੱਚੋਂ ਹੀ ਮੋੜ ਦਿੱਤਾ। ਪਰ ਵੈਸਟ ਵਾਲੇ ਕਹਿੰਦੇ ਹਨ ਕਿ ਸਿਕੰਦਰ ਜਿੱਤ ਕੇ ਵਾਪਸ ਮੁੜਿਆ ਸੀ, ਜਦ ਕਿ ਸੱਚਾਈ ਇਹ ਨਹੀਂ ਹੈ। ਇਸ ਗੱਲ ਦੀ ਪ੍ਰੋੜਤਾ ਅੰਗਰੇਜ਼ੀ ਦੀ ਬਣੀ ਫਿਲਮ ਦ ਅਲੈਗਜ਼ੈਂਡਰ ਵੀ ਕਰਦੀ ਹੈ। ਅਖੀਰ ਤੇ ਬੱਬੂ ਮਾਨ ਕਹਿੰਦਾ ਹੈ, ਫਿਰ ਦੋਸੀ ਸੱਚ ਕਹਿੰਦਾ ਰਾਜੇ ਨੂੰ ਡੋਬਣ ਵੈਲ ਸ਼ਰਾਬਾਂ। ਦੋਸਤੋ,
ਫਿਰਦੌਸੀ ਇੱਕ ਫਾਰਸੀ ਕਵੀ ਸੀ। ਉਹ ਮਹਿਮੂਦ ਗਜ਼ਨਵੀ ਦੇ ਦਰਬਾਰ ਦਾ ਸਭ ਤੋਂ ਮਹਾਨ ਕਵੀ ਸੀ। ਉਸ ਦੀ ਪ੍ਰਮੁੱਖ ਰਚਨਾ ਉਸ ਦਾ ਮਸ਼ਹੂਰ ਫਾਰਸੀ ਦਾ ਮਹਾਕਾਵ ਸ਼ਾਹਨਾਮਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਬਗਦਾਦ ਵਿੱਚ ਜਾ ਕੇ ਇੱਕ ਹੋਰ ਮਹਾਕਾਵ ਯੂਸਫ ਵ ਜ਼ੁਲੇਖਾ ਦੀ ਵੀ ਰਚਨਾ ਕੀਤੀ। ਉਹਨਾਂ ਨੂੰ ਫਾਰਸੀ ਸਾਹਿਤ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਦੋਸਤੋ, ਫਿਰਦੌਸੀ ਦੀ ਇੱਕ ਛੋਟੀ ਜਿਹੀ ਕਥਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਜਦੋਂ ਗਜ਼ਨੀ ਦੇ ਸ਼ਾਸਕ ਨੇ ਫਿਰਦੌਸੀ ਨੂੰ ਬੁਲਾ ਕੇ ਕਿਹਾ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਇਤਿਹਾਸ ਪੜ੍ਹਾਂ, ਮੈਨੂੰ ਸਾਰੀ ਦੁਨੀਆ ਦੇ ਇਤਿਹਾਸ ਬਾਰੇ ਪਤਾ ਹੋਵੇ, ਤੁਸੀਂ ਮੈਨੂੰ ਸਾਰੀ ਦੁਨੀਆ ਦਾ ਇਤਿਹਾਸ ਲਿਖ ਕੇ ਦਿਓ, ਤਾਂ ਫਿਰਦੌਸੀ ਨੇ ਸਾਰੀ ਦੁਨੀਆ ਦਾ ਇਤਿਹਾਸ ਬੈਠ ਕੇ ਲਿਖਿਆ ਤੇ 4 ਵੱਡੇ ਵੱਡੇ ਗ੍ਰੰਥ ਬਣਾ ਦਿੱਤੇ। ਤਾਂ ਉਹ ਗ੍ਰੰਥ ਲੈ ਕੇ ਸ਼ਾਸਕ ਦੇ ਕੋਲ ਗਏ ਤਾਂ ਰਾਜੇ ਨੇ ਕਿਹਾ ਕਿ ਮੇਰੇ ਕੋਲ ਇੰਨਾ ਟਾਈਮ ਕਿੱਥੇ ਕਿ ਮੈਂ 4 ਗ੍ਰੰਥ ਪੜ੍ਹ ਸਕਾਂ, ਤੁਸੀਂ ਇਹਨਾਂ ਨੂੰ ਥੋੜਾ ਛੋਟਾ ਕਰਕੇ ਲੈ ਕੇ ਆਓ। ਤਾਂ ਫਿਰਦੌਸੀ ਨੇ ਫਿਰ ਬੈਠ ਕੇ ਉਹਨਾਂ ਨੂੰ ਸੰਖੇਪ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੇ 2 ਗ੍ਰੰਥ ਬਣਾ ਕੇ ਲੈ ਆਏ। ਤਾਂ ਰਾਜੇ ਨੇ ਫਿਰ ਕਿਹਾ ਕਿ ਮੇਰੇ ਕੋਲ ਇੰਨਾ ਸਮਾਂ ਕਿੱਥੇ ਹੈ ਕਿ ਮੈਂ 2 ਗ੍ਰੰਥ ਵੀ ਪੜ੍ਹ ਸਕਾਂ, ਇਹਨਾਂ ਨੂੰ ਹੋਰ ਛੋਟਾ ਕਰਕੇ ਲੈ ਕੇ ਆਓ। ਫਿਰਦੌਸੀ ਫਿਰ ਗਿਆ, ਫਿਰ ਬੈਠ ਕੇ ਲਿਖਣਾ ਸ਼ੁਰੂ ਕੀਤਾ। ਉਹਨਾਂ ਨੇ ਹੋਰ ਵੀ ਸੰਖੇਪ ਕਰਕੇ ਸਿਰਫ 1 ਗ੍ਰੰਥ ਤਿਆਰ ਕਰ ਲਿਆ। ਪਰ ਰਾਜੇ ਨੇ ਫਿਰ ਕਿਹਾ ਕਿ ਨਹੀਂ, ਇਹ ਵੀ ਮੇਰੇ ਲਈ ਜ਼ਿਆਦਾ ਹੈ। ਤਾਂ ਫਿਰਦੌਸੀ ਕਹਿੰਦਾ ਹੈ ਕਿ ਮੈਂ ਇਤਿਹਾਸ ਨੂੰ ਛੋਟਾ ਕਿਵੇਂ ਕਰਦਾ, ਜਦੋਂ ਮੈਂ 4 ਗ੍ਰੰਥਾਂ ਤੋਂ 2 ਗ੍ਰੰਥ ਬਣਾਏ ਸਨ, ਤੁਹਾਨੂੰ ਨਹੀਂ ਪਤਾ ਕਿ ਮੈਂ ਕਿੰਨੇ ਹੰਝੂ ਬਹਾਏ, ਤੇ ਜਦੋਂ 2 ਦਾ ਮੈਂ 1 ਗ੍ਰੰਥ ਬਣਾ ਕੇ ਲੈ ਕੇ ਆਇਆ ਤਾਂ ਉਸ ਦੇ ਵਿੱਚੋਂ ਮੈਂ ਆਪਣੇ ਲਹੂ ਦੇ ਕਤਰੇ ਅਲੱਗ ਕੀਤੇ। ਪਰ ਰਾਜਾ ਕਹਿੰਦਾ ਹੈ ਕਿ ਨਹੀਂ, ਇਸ ਨੂੰ ਹੋਰ ਸੰਖੇਪ ਕਰਕੇ ਲੈ ਕੇ ਆ। ਇੰਨੇ ਨੂੰ ਰਾਜੇ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਅਤੇ ਆਪਣੇ ਅੰਤਿਮ ਸਮੇਂ ਉਹ ਫਿਰਦੌਸੀ ਨੂੰ ਮਿਲਣਾ ਚਾਹੁੰਦਾ ਹੈ। ਉਹ ਫਿਰਦੌਸੀ ਨੂੰ ਬੁਲਾਉਂਦਾ ਹੈ। ਫਿਰਦੌਸੀ ਨੂੰ ਕਹਿੰਦਾ ਹੈ ਕਿ ਮੈਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਹੇਗਾ ਕਿ ਮੈਂ ਜਿਉਂਦੇ ਜੀ ਆਪਣਾ ਇਤਿਹਾਸ ਨਾ ਪੜ੍ਹ ਸਕਿਆ। ਮੇਰੀ ਇੱਛਾ ਸੀ ਕਿ ਮੈਨੂੰ ਸਾਰੀ ਦੁਨੀਆ ਦਾ ਇਤਿਹਾਸ ਪਤਾ ਹੋਵੇ। ਤਾਂ ਫਿਰਦੌਸੀ ਹੱਸ ਕੇ ਕਹਿੰਦਾ ਹੈ ਕਿ ਫਿਕਰ ਨਾ ਕਰੋ, ਮੈਂ ਤੁਹਾਨੂੰ ਹੁਣ ਵੀ ਸਾਰਾ ਇਤਿਹਾਸ ਦੱਸ ਸਕਦਾ ਹਾਂ। ਤਾਂ ਰਾਜਾ ਕਹਿੰਦਾ ਹੈ ਕਿ ਨਹੀਂ, ਇੰਨਾ ਵੱਡਾ ਇਤਿਹਾਸ ਤੁਸੀਂ ਕਿਵੇਂ ਦੱਸੋਗੇ? ਤਾਂ ਫਿਰਦੌਸੀ ਕਹਿੰਦਾ ਹੈ ਕਿ ਇਤਿਹਾਸ ਦਾ ਸੰਖੇਪ ਇਹੋ ਹੈ ਕਿ ਇਨਸਾਨ ਇਸ ਧਰਤੀ ਦੇ ਉੱਪਰ ਰੋਂਦਾ ਹੋਇਆ ਆਇਆ ਸੀ ਤੇ ਇਸ ਧਰਤੀ ਦੇ ਉੱਪਰੋਂ ਰੋਂਦਾ ਹੋਇਆ ਹੀ ਜਾਂਦਾ ਹੈ। ਸੋ ਦੋਸਤੋ, ਬੱਬੂ ਮਾਨ ਦੁਆਰਾ ਵਰਤੇ ਗਏ ਆਪਣੇ ਗੀਤ ਵਿੱਚ ਇਹਨਾਂ ਸ਼ਬਦਾਂ ਦੇ ਪਿੱਛੇ ਇਹ ਇਤਿਹਾਸ ਛੁਪਿਆ ਸੀ। ਦੋਸਤੋ, ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ YouTube ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।